ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ ਤੇਈ ਵਾਂਗ। ਹਰੀਦੁਆਰ ਤੋਂ ਇੱਧਰ ਵੱਲ ਘੱਟ ਹੀ ਲੋਕ ਨਿਕਲੇ, ਫਿਰ ਵੀ ਕੋਈ ਜਾਣਿਆ ਪਛਾਣਿਆ ਚਿਹਰਾ ਦਿਸ ਜਾਂਦਾ। ਸ਼ੁਰੂ 'ਚ ਰਸਤਾ ਘੁੰਮ ਕੇ ਬਾਰ-ਬਾਰ ਵਗਦੀ ਗੰਗਾ ਦੇ ਨੇੜੇ ਆ ਪਹੁੰਚਦਾ। ਕਦੇ ਸਿਰਫ ਚੱਲਦੇ ਪਾਣੀ ਦੀ ਭਾਫ ਹੀ ਦਿਸਦੀ। ਘੁੰਮਦੇ ਰਸਤੇ 'ਚ ਕਈ ਵਾਰ ਭੁਲੇਖਾ ਪਿਆ ਜਿਵੇਂ ਗੰਗਾ ਉਹਨਾਂ ਦਾ ਪਿੱਛਾ ਕਰ ਰਹੀ ਹੋਵੇ। ਕਨਖਲ ਵੱਲ ਜਾਂਦੇ ਇਸ ਰਾਹ ਨੂੰ ਕਈ ਵਾਰ ਡੰਗਰਾਂ ਨੇ ਰੋਕਿਆ। ਜੰਗਲ ਦੇ ਆਦੀ ਪਸ਼ੂ ਆਪਣੇ ਆਪ ਸ਼ਾਮ ਨੂੰ ਘਰਾਂ ਵੱਲ ਪਰਤ ਆਉਂਦੇ। ਇਹਨਾਂ ਪਿੱਛੇ ਮਾਲਕ ਬਹੁਤ ਹੀ ਘੱਟ ਦਿਸਦੇ। ਪਸ਼ੂ ਵੀ ਰਾਹੀਆਂ ਦੇ ਆਦੀ ਜਾਪਦੇ ਸਨ, ਆਪਣੀ ਮਰਜ਼ੀ ਨਾਲ ਹੀ ਰਸਤਾ ਦਿੰਦੇ। ਛੋਟੇ ਮਾਜਰੇ ਤੇ ਫਿਰ ਟਾਵੇਂ ਘਰਾਂ ਤੋਂ ਬਾਅਦ ਰਸਤਾ ਇੱਕ ਉੱਚੀ ਪਹਾੜੀ 'ਤੇ ਚੜ੍ਹਨ ਲੱਗਾ। ਹੁਣ ਸਿਰਫ ਉਹ ਲੋਕ ਰਹਿ ਗਏ ਜਿਨ੍ਹਾਂ ਅੱਗੇ ਕੋਟ ਦੁਆਰ ਤੇ ਕਨਖਲ ਜਾਣਾ ਸੀ। ਮਰਦਾਨੇ ਨੇ ਟਿੱਬੀ 'ਤੇ ਜਾ ਕੇ ਪਿੱਛੇ ਮੁੜ ਕੇ ਵੇਖਿਆ। ਦੂਰ ਪਾਣੀ ਦੀ ਇੱਕ ਧਾਰ ਚੱਲਦੀ ਦਿਸੀ। ਇੱਥੋਂ ਲੋਕ ਚੱਲਦੇ ਤਾਂ ਨਹੀਂ ਸੀ ਦਿਸਦੇ, ਪਰ ਮੰਦਰਾਂ ਦੇ ਉੱਚੇ ਕਲਸ਼ ਜ਼ਰੂਰ ਚਮਕ ਰਹੇ ਸਨ। ਉੱਚੀ ਟਿੱਬੀ ਉੱਤੇ ਇੱਕ ਛੋਟਾ ਜਿਹਾ ਪੜਾਅ ਸੀ। ਗਰਮੀ ਬਹੁਤ ਜ਼ਿਆਦਾ ਸੀ। ਪਹਿਲਾਂ ਬੈਠੇ ਲੋਕ ਪਾਣੀ ਪੀਂਦੇ ਤੇ ਅਗਲਿਆਂ ਲਈ ਜਗ੍ਹਾ ਦੇਣ ਲਈ ਚੱਲ ਪੈਂਦੇ। ਸ਼ਾਇਦ ਇਸੇ ਲਈ ਇਸ ਟਿੱਬੀ ਦਾ ਨਾਂ ਉੱਠਣ ਬੈਠਣ ਸੀ। ਮਰਦਾਨੇ ਨੇ ਕੋਲ ਬੈਠੇ ਬਾਬੇ ਨੂੰ ਮੋਰ ਪੰਖਾਂ ਦੀਆਂ ਝੱਲਾਂ ਮਾਰੀਆਂ। ਬਾਬਾ ਥੋੜ੍ਹੇ ਅੱਗੇ ਲੰਘ ਗਿਆ। ਪਿੱਛੇ ਰਹਿੰਦਾ ਮਰਦਾਨਾ ਗੰਗਾ ਦੇ ਤੱਟ 'ਤੇ ਫਿਰਦੇ ਸਾਧੂ, ਫਕੀਰਾਂ, ਜੋਗੀਆਂ ਤੇ ਸੰਪਰਦਾਵਾਂ ਵਿੱਚੋਂ ਨਿਕਲਣ ਬਾਰੇ ਸੋਚਦਾ ਰਿਹਾ। ਅਜਿਹੀਆਂ ਰੌਣਕਾਂ ਨਾਲੋਂ ਉਜਾੜਾ, ਬੀਆਬਾਨਾਂ, ਹੁੰਬਸਾਂ, ਤਪਸਾਂ ਕਿਤੇ ਚੰਗੀਆਂ ਲੱਗੀਆਂ ਸਨ। ਹੁਣ ਜਦੋਂ ਉੱਥੋਂ ਵਿਛੜਿਆ ਤਾਂ ਉੱਥੇ ਰੁਕ ਜਾਣ ਨੂੰ ਜੀ ਮਚਲ ਰਿਹਾ ਸੀ। ਇਹ ਆਪਣੀ ਜਗ੍ਹਾ ਕਿਸੇ ਹੋਰ ਨੂੰ ਬਿਠਾ ਕੇ ਗੰਗਾ ਦੇ ਤੱਟ 'ਤੇ ਕੀ ਢੂੰਡਣ ਗਿਆ ਸੀ। ਇਹ ਗੰਗਾ ਕਿਨਾਰੇ ਡੁਬਕੀ ਲਾ ਕੇ ਫੇਰ ਰਾਖ ਮਲਦੇ ਸਾਧੂ, ਇਹ ਉਤਾਰੀਆਂ ਮਾਲਾਂ ਨੂੰ ਫਿਰ ਤੋਂ ਸ਼ਿੰਗਾਰ ਬਣਾਉਂਦੇ ਜੋਗੀ, ਉਹ ਲਾਹੌਰ ਵਾਲਾ ਪੰਡਤ ਜੋ ਜ਼ਿੰਦਗੀ ਦੇ ਸਦਾ ਬਹਾਰ ਸਵਾਲਾਂ ਨੂੰ ਕੋਮਲ ਕਰਦਾ ਕਰਦਾ ਆਖਰੀ ਵੇਲੇ ਦੇਹ ਨਾਲ ਕਿੰਨਾ ਸਖਤ ਹੋ ਗਿਆ ਸੀ। ਇਹ ਦੁੱਖਾਂ ਨੂੰ ਗਹਿਣਿਆਂ ਵਾਂਗ ਪਹਿਨੀ ਫਿਰਦੇ ਤਿਆਗੀ ਲੋਕ ਵਗਦੀ ਗੰਗਾ ਕੋਲ ਵੀ ਜੜ ਬਣ ਕੇ ਖੜ ਜਾਂਦੇ ਨੇ। ਇਹਨਾਂ ਨਾਲੋਂ ਤਾਂ ਖੂਹ ਚੰਗੇ ਨੇ ਜੋ ਆਪ ਜੜ ਹੋ ਕੇ ਅੰਦਰ ਤਰਲ ਸਾਂਭ ਰੱਖਦੇ ਨੇ। ਫਿਰ ਉੱਥੇ ਰੁਕਣ ਦੀ ਜ਼ਿੱਦ ਕੌਣ ਕਰ ਰਿਹਾ? ਇਹ ਸਾਜ਼ੀ ਕੌਣ ਸਨ? ਹਰ ਵਾਰੀ ਕੋਈ ਆਪਣੇ ਵਰਗਾ ਕਿਉਂ ਵਿਛੜ ਜਾਂਦਾ ਹੈ? ਤੇਜ਼ ਚੱਲਦੇ ਕਦਮਾਂ ਦੀ ਧਮਕ ਨਾਲ ਇਹ ਸਭ ਕੁਝ ਹੋਰ ਧੜਕਦਾ ਜਾਪਦਾ। ਬਾਬਾ ਕਾਫੀ ਅੱਗੇ ਲੰਘ ਗਿਆ ਸੀ। ਸ਼ਿਸ਼ ਪਿੱਛੇ ਹੀ ਫਿਰਦਾ ਹਾਲੇ। ਰਾਹੀਆਂ 'ਚੋਂ ਇੱਕ ਆਵਾਜ਼ ਚੰਗੀ ਲੱਗੀ। ਕਿਸੇ ਨੇ ਕੁਝ ਯਾਦ ਕਰਵਾਇਆ ਸੀ। ਬਾਬੇ ਦੇ ਨਜ਼ਦੀਕ ਜਾ ਕੇ ਆਪ ਮੁਹਾਰੇ ਮਰਦਾਨੇ ਦੇ ਮੂੰਹੋਂ ਨਿਕਲ ਗਿਆ, ਪਹਾੜਾਂ ਵਾਂਗ ਚਿਹਰੇ ਵੀ ਨਹੀਂ ਭੁੱਲਦੇ ਬਾਬਾ। ਬੰਧਨਾਂ ਤੋਂ ਉਪਾਅ ਪੁੱਛ ਰਿਹਾ ਮਰਦਾਨਿਆਂ। ਬਾਬਾ ਉਹੀ ਚਿਹਰੇ ਕੋਲ ਬਿਠਾਲਣ ਨੂੰ ਜੀ ਕਰਦਾ ਜੋ ਉਦਾਸੀਆਂ ਨਾਲ ਭਰੇ ਪਏ ਨੇ। ਮੈਂ ਦੁੱਖਾਂ ਨਾਲ ਕਿਹੋ ਜਿਹਾ ਵਿਹਾਰ ਕਰਾਂ? ਆਪਣੀ ਮਰਿਆਦਾ ਨੂੰ ਸਰਲ ਕਰ। ਹਾਲੇ ਕੋਲੇ ਨੇ ਹੀਰਾ ਬਣਨਾ ਹੈ। ਬਾਬਾ ਮੈਨੂੰ ਵਿਛੜਨਾ ਸਿਖਾ ਦੇ। ਇਹ ਮੈਨੂੰ ਕੀ ਹੋ ਜਾਂਦਾ ਹੈ? ਮੈਂ ਸਭ ਜਗ੍ਹਾ ਤੋਂ ਖੁੱਲ੍ਹ ਗਿਆ। ਮੇਰੇ ਨਾਲੋਂ ਤਾਂ ਬੱਚਾ ਚੰਗਾ ਜੋ ਰੋਣ ਨੂੰ ਸੋਗ ਨਹੀਂ ਬਣਨ ਦਿੰਦਾ। ਬੋਲਦੇ ਬੋਲਦੇ ਮਰਦਾਨੇ ਦੀ ਆਵਾਜ਼ ਭਾਰੀ ਹੋ ਗਈ। ਫਿਰ ਇੱਕ ਵਾਕ ਨਾਲ ਮਰਦਾਨੇ ਨੂੰ ਕੁਝ ਹੋਇਆ। ਵੇਖ ਮਰਦਾਨਿਆ, ਜੇ ਸਾਜ਼ ਉੱਤੇ ਤਾਰ ਆਪਣੀ ਜਗ੍ਹਾ ਨਾ ਮੁੜੇ ਤਾਂ ਅਗਲੀ ਧੁਨ ਦੀ ਉਡੀਕ ਕਦੇ ਖਤਮ ਨਹੀਂ ਹੋਏਗੀ। ਰਾਹੀਆਂ ਨੇ ਫਿਰ ਰਬਾਬ ਵੱਜਦੀ ਸੁਣੀ। ਅੱਜ ਨਜ਼ਰ ਰਬਾਬ ਦੀਆਂ ਤਾਰਾਂ 'ਤੇ ਰਹੀ। ਆਪਣੀ ਧੁਨ ਵਜਾ ਹਰ ਤਾਰ ਆਪਣੀ ਜਗ੍ਹਾ ਕਦੇ ਨਹੀਂ ਭੁੱਲਦੀ। ਅੱਗੇ ਪਿੱਛੇ ਦੇ ਰਾਹੀ ਨੇੜੇ ਸਰਕਣ ਲੱਗੇ। ਅੱਛਾ, ਗਾਉਣ ਅਧੂਰਾ ਰਹਿ ਗਿਆ ਸੀ, ਤਾਂ ਹੀ ਸ਼ਿਸ਼ ਦੇ ਪ੍ਰਾਣ ਬੇਚੈਨ ਸਨ। ਉਸੇ ਰਾਹੀ ਦੀ ਆਵਾਜ਼ ਫਿਰ ਸੁਣਾਈ ਦਿੱਤੀ। ਹਰੀਦੁਆਰ ਹੁਣ ਪਿਛਲੀਆਂ ਯਾਦਾਂ ਦੀ ਕਤਾਰ 'ਚ ਚਲਾ ਗਿਆ ਸੀ। ਅਜਿਹੇ ਵੇਲੇ ਬੇਚੈਨੀ ਢਾਰਸ ਦੀ ਸ਼ਰਨ 'ਚ ਆਉਂਦੀ ਹੈ। ਅਜਿਹਾ ਤਲਵੰਡੀ ਤੋਂ ਵਾਪਸੀ ਵੇਲੇ ਬਹੁਤ ਦੇਰ ਬਾਅਦ ਵਾਪਰਦਾ। ਪਰ ਇਸ ਵਾਰੀ ਹਰੀਦੁਆਰ ਨੇ ਵੀ ਉਸੇ ਤਰ੍ਹਾਂ ਹੀ ਪਕੜ ਲਿਆ ਸੀ। ਉਂਝ ਵੀ ਕਣਖਲ ਦਾ ਪੜਾਅ ਵੇਦਾਂ, ਸ਼ਾਸਤਰਾਂ, ਪੁਰਾਣਾਂ ਨਾਲ ਭਾਰਾ ਨਹੀਂ ਸੀ ਹੋਇਆ। ਬਹੁਤ ਹੀ ਸਾਦੇ ਲੋਕ ਆਏ, ਸਾਦੇ ਪ੍ਰਸ਼ਨਾਂ ਦੇ ਉੱਤਰ ਸੁਣ ਮੁੜ ਗਏ। ਬਾਬਾ ਵੀ ਉਹਨਾਂ ਵਾਂਗ ਹੀ ਹੋ ਗਿਆ ਸੀ। ਅੱਗੇ ਕੋਟ ਦੁਆਰ ਪੁੱਜ ਕੇ ਸਿੱਧੀਆਂ ਪਹਾੜੀਆਂ ਦਿਸਣ ਲੱਗੀਆਂ। ਉਸ ਤੋਂ ਵੀ ਅੱਗੇ ਬਦਰੀਨਾਥ, ਕੇਦਾਰਨਾਥ ਦੀਆਂ ਉੱਚੀਆਂ ਟੀਸੀਆਂ ਉੱਤੇ ਖੜ ਕੇ ਕਈ ਵਾਰ ਰਬਾਬ ਵਜਾਈ। ਉਹਨੇ ਕਈ ਵਾਰੀ ਬਾਬੇ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਿਹਾ, ਵੇਖ ਬਾਬਾ, ਤਲਵੰਡੀ ਦੇ ਮਰਾਸੀ ਦੀ ਰਬਾਬ ਕਿੰਨੀ ਉੱਚੀ ਪਹੁੰਚ ਗਈ ਏ। ਇਹਨਾਂ ਪਹਾੜੀਆਂ ਨਾਲ ਟਕਰਾਉਂਦੀ ਰਬਾਬ ਦੀ ਆਵਾਜ਼ ਦੁਬਾਰਾ ਕਈ ਵਾਰ ਸੁਣਾਈ ਦਿੰਦੀ। ਕੇਦਾਰਨਾਥ ਤੋਂ ਜੋਸ਼ੀ ਮੱਠ ਦੇ ਭੀੜੇ ਰਸਤਿਆਂ ਤੋਂ ਹੁੰਦੇ ਹੋਏ ਉਹ ਅੰਤ ਧੁਰਾ ਦਰੇ ਤੋਂ ਹੋ ਕੇ ਲੇਖੂ ਲੇਖ ਦੇ ਕੋਲ ਪਹੁੰਚ ਗਏ।
ਫਿਰ ਇੱਕ ਪੜਾਅ ਸਾਰਦਾ ਦਰਿਆ ਦੇ ਕੰਢੇ 'ਤੇ ਕੀਤਾ। ਕਈ ਲੋਕਾਂ ਨੇ ਇਹਨੂੰ ਕਾਲੀ ਨਦੀ ਵੀ ਕਿਹਾ। ਲੇਖੂ ਲੇਖ ਤੋਂ ਸਾਰਦਾ ਦਰਿਆ ਦੇ ਕੰਢੇ ਕੰਢੇ ਅਲਮੋੜਾ ਵੱਲ ਚੱਲ ਪਏ। ਦਰਿਆ ਕਿਨਾਰੇ ਆਉਂਦੇ ਜਾਂਦੇ ਜੋਗੀਆਂ ਦੇ ਝੁੰਡ ਦਿਸਣ ਲੱਗ ਪਏ ਸਨ। ਕਈ ਜਗ੍ਹਾ ਇੱਕੋ ਸਮੇਂ 2-3 ਪਗਡੰਡੀਆਂ ਦੀਆਂ ਪੈੜ ਚਾਲਾਂ ਦਿਸਦੀਆਂ। ਥੋੜ੍ਹੀ ਦੇਰ ਬਾਅਦ ਮੱਠ ਵੀ ਦਿਸਣ ਲੱਗੇ। ਵਧੀਆਂ ਹੋਈਆਂ ਪੱਥਰ ਦੀਆਂ ਸਿਲਾਂ ਉੱਪਰ ਪੰਛੀਆਂ ਵਾਂਗ ਬੈਠੇ ਜੋਗੀ ਦਿਸਣ ਲੱਗੇ। ਦਰਖਤਾਂ ਉੱਤੇ ਉੱਚੀਆਂ ਥਾਵਾਂ 'ਤੇ ਗੰਗਾ ਕਿਨਾਰੇ ਦੇ ਭਗਵਿਆਂ ਵਾਂਗ ਪੁੱਠੇ ਲਟਕਦੇ ਸਰੀਰ ਦਿਸਣ ਲੱਗੇ। ਹੈਰਾਨੀ ਨਾਲ ਵੇਖਦੇ ਜੋਗੀਆਂ ਦੇ ਜਦੋਂ ਇਹ 2 ਜਣੇ ਪਛਾਣ 'ਚ ਨਾ ਆਉਂਦੇ ਤਾਂ ਆਪਣਾ ਗੁੱਸਾ ਆਪਣੇ ਉੱਤੇ ਹੀ ਉਤਾਰਦੇ। ਰਾਹ ਭਟਕ ਗਏ ਉਹ। ਕਿਹਨਾਂ ਵਿੱਚੋਂ ਹੋ? ਇੱਕ ਜੋਗੀ ਮਰਦਾਨੇ ਵੱਲ ਸਰਕਿਆ। ਇਹਨਾਂ ਵਿੱਚੋਂ ਆ। ਉਹਨੇ ਬਾਬੇ ਵੱਲ ਇਸ਼ਾਰਾ ਕੀਤਾ। ਇੱਥੇ 12 ਪੰਥ ਨੇ। ਸਤਨਾਥੀ, ਧਰਮਨਾਥੀ, ਰਾਮ ਪੰਥ, ਨਟੇਸ਼ਵਰੀ, ਕਨਹੜ, ਕਪਿਲਾਨੀ, ਬੈਰਾਗ, ਮਾਦਨਾਥੀ, ਆਈ ਪੰਥੀ, ਪਾਗਲ ਪੰਥ, ਗੰਗਾਨਾਥੀ। ਉਹ ਇੱਕੋ ਸਾਹ ਸਾਰੇ ਨਾਂ ਗਿਣਾ ਗਿਆ। ਉਹਦੇ ਲੰਬੇ ਲੰਬੇ ਸਾਹਾਂ 'ਚ ਹਾਲੇ ਵੀ ਹਵਾ ਸੀ। ਉਹਨੇ ਬਿਨਾਂ ਸਾਹ ਲਾਏ ਅਗਲੇ ਸ਼ਬਦ ਕ੍ਰੋਧ 'ਚ ਕਹੇ। ਪਹਿਲਾਂ ਹੀ 12 ਨਹੀਂ ਸੰਭਾਲੇ ਜਾਂਦੇ, ਕੋਈ ਹੋਰ ਪੰਥ ਲੈ ਕੇ ਆਏ ਹੋ? ਉਹ ਬੋਲਦਾ ਨਾਲ ਨਾਲ ਚੱਲਦਾ ਵੀ ਰਿਹਾ। ਦੁਨਿਆਵੀ ਲੋਕ ਵੀ ਜਦੋਂ ਕੁਝ ਖੋਹਦੇ ਨੇ ਇਸ ਤਰ੍ਹਾਂ ਹੀ ਕ੍ਰੋਧ 'ਚ ਪਿੱਛਾ ਕਰਦੇ ਨੇ। ਇਹਨਾਂ ਦਾ ਕੀ ਖੋ ਗਿਆ? ਪਰ ਅੱਗੇ ਕੋਈ ਹੋਰ ਬਾਬੇ ਨੂੰ ਪੁੱਛ ਰਿਹਾ ਸੀ। ਇੱਕ ਪਾਸੇ ਦਿਓਆ ਨਦੀ ਚੱਲ ਰਹੀ ਸੀ। ਦਰਵੇਸ਼ੋ, ਕਿੱਧਰੋਂ ਆਏ? ਕਿੱਧਰ ਜਾਣਾ ਜੇ? ਫਿਰ ਲਾਹੌਰ ਦੀ ਬੋਲੀ ਦੀ ਧੁਨ ਸੁਣੀ। ਨਾ ਕਿੱਧਰੋਂ ਆਏ ਆ, ਨਾ ਕਿਧਰੇ ਜਾਣਾ ਹੈ। ਫਿਰ ਬਸ ਸਮਾਉਣਾ ਹੈ। ਪਗਡੰਡੀ ਦੇ ਇੱਕ ਮੋੜ ਉੱਤੇ ਉਹ ਚਿਹਰਾ ਪਿੱਛੇ ਰਹਿ ਗਿਆ ਸੀ। ਫਿਰ ਵੀ ਆਪਣੀ ਬੋਲੀ ਦੀਆਂ ਧੁਨਾਂ ਦਾ ਸਰੂਰ ਅਗਲੇ ਕਈ ਮੋੜਾਂ ਤੱਕ ਰਿਹਾ। ਮਰਦਾਨਾ ਦੁਬਾਰਾ ਅਜਿਹੀ ਆਵਾਜ਼ ਦੀ ਉਡੀਕ ਕਰਨ ਲੱਗਾ। ਕਦੇ ਕਦੇ ਕੋਲੋਂ ਇੱਥੋਂ ਦੇ ਸਥਾਨਕ ਵਾਸੀ ਧਾਰੂ ਲੰਘਦੇ। ਕਈ ਵਾਰ ਉਹਨਾਂ ਕੁਝ ਕਿਹਾ ਪਰ ਸਮਝ ਨਹੀਂ ਆਇਆ। ਲਾਹਣ ਦੀ ਮੁਸ਼ਕ ਆ ਰਹੀ ਸੀ। ਬਿਰਮੀਆਂ ਵਾਂਗ ਦਿਸਦੇ ਮੱਠਾਂ 'ਚੋਂ ਲਾਲ ਸੁਰਖ ਅੱਖਾਂ, ਝੁਲਸੇ ਬੁੱਲ੍ਹਾਂ ਦੇ ਤੇ ਗਲਾਂ 'ਚ 12 ਸਿੰਗੀਆਂ ਦੇ ਗੁੱਛੇ ਤੇ ਮਾਲਾ ਨਾਲ ਭਰੇ ਗਲਾਂ 'ਚੋਂ ਬੈਠੀਆਂ ਹੋਈਆਂ ਆਵਾਜ਼ਾਂ ਇੱਕ ਦੂਜੇ ਨੂੰ ਛੇੜਦੀਆਂ ਸੁਣ ਰਹੀਆਂ ਸਨ। ਵਿਹਲਾ ਹੀ ਫਿਰਦਾ ਹੈ, ਹੋਰ ਮੈਂ ਚਰਖਾ ਕੱਤਣਾ ਹੈ। ਉੱਚੀ ਉੱਚੀ ਹੱਸਦੀ ਆਵਾਜ਼ ਪਗਡੰਡੀ ਦੀ ਢਲਾਣ ਉਤਰ ਗਈ। ਆਪਣੀ ਟਿੱਚਰ ਛੱਡੀ ਨਹੀਂ ਮਰਾਸੀਆ ਜੋਗੀ ਬਣ ਕੇ ਵੀ। ਮਰਦਾਨੇ ਨੂੰ ਬਹੁਤ ਦਿਨਾਂ ਬਾਅਦ ਹਿੱਲ ਦੇ ਢਿੱਡ ਵਾਲੀ ਹਾਸੀ ਆਈ। ਹਿੱਲ ਦੇ ਮੋਢਿਆਂ ਉੱਪਰੋਂ ਖਿਸਕਦੀ ਰਬਾਬ ਉੱਪਰ ਕੀਤੀ। ਅਗਲੇ ਮੋੜ ਹੀ ਢਲਾਣ ਉੱਤੇ ਉਹ ਚਿਹਰਾ ਫੇਰ ਦਿਸਿਆ। ਸੋਮਰਸ ਪੀਤਾ ਕਦੇ? ਮਰਦਾਨੇ ਨੇ ਮੁਸਕਰਾ ਕੇ ਸਿਰ ਹਿਲਾਇਆ। ਐਬ ਕਰਨ ਲਈ ਵੀ ਗੁਰ ਸਿੱਖਣੇ ਪੈਂਦੇ ਨੇ। ਕੋਈ ਉੱਤਰ ਨਾ ਸੁਣ ਕੇ ਉਹ ਫਿਰ ਬੋਲਿਆ। ਪੀ ਕੇ ਕਹਿ ਰਿਹਾ ਹੈ, ਪੀ ਕੇ ਗਲਾ ਸਾਫ਼ ਹੋ ਜਾਏਗਾ। ਪਗਡੰਡੀ ਲਗਾਤਾਰ 2 ਵਾਰ ਘੁੰਮ ਗਈ ਸੀ। ਉਹ ਪਹਿਲੇ ਮੋੜ ਉੱਤੋਂ ਉੱਪਰੋਂ ਦਿਸਣੋਂ ਹਟਿਆ, ਫਿਰ ਦੂਜੇ ਮੋੜ 'ਤੇ ਪੂਰਾ ਓਹਲੇ ਹੋ ਗਿਆ। ਫਿਰ ਵੀ ਇਹ ਮਿਲਣੀਆਂ ਅਣਸੁਖਾਵੀਆਂ ਨਹੀਂ ਜਾਪਦੀਆਂ। ਇਹਨਾਂ 'ਚ ਨਾ ਸਮਝ ਆਉਣ ਵਾਲੀਆਂ ਪੀੜਾਂ ਵੀ ਨਹੀਂ ਹੁੰਦੀਆਂ। ਇਹਨਾਂ ਪਲਾਂ ਦੀ ਵਿੱਥ ਵੀ ਨਹੀਂ ਸਤਾਉਂਦੀ। ਲਓ, ਤਲਵੰਡੀ ਦੀ ਯਾਦ ਆ ਗਿਆ। ਇਹ ਪਿੰਡ ਵੀ ਜੋਗੀ ਵਰਗਾ ਹੀ ਹੁੰਦਾ। ਕਦੇ ਫਕੀਰੀ ਦੀ ਘੁਮੇਰ ਵਿਖਾਉਣ ਲੱਗ ਪੈਂਦਾ, ਕਦੇ ਕਾਸਾ ਫੜ ਕੇ ਨਾਲ ਮੰਗਣ ਤੁਰ ਪੈਂਦਾ। ਉਹਦਾ ਆਪ ਮੁਹਾਰੇ ਠਹਾਕਾ ਨਿਕਲ ਗਿਆ। ਮਰਦਾਨੇ ਨੇ ਇੱਕ ਪਿੱਪਲ ਥੱਲੇ ਬਾਬੇ ਨੂੰ ਰੁਕਦੇ ਵੇਖਿਆ। ਫੈਲੇ ਹੋਏ ਪਿੱਪਲ ਥੱਲੇ ਇੱਕ ਕੱਚਾ ਚੌਂਤਰਾ ਸੀ। ਇਹ ਜ਼ਰੂਰ ਕਿਸੇ ਪੰਧ ਦਾ ਟਿਕਾਣਾ ਲੱਗਦਾ ਸੀ। ਆਲੇ ਦੁਆਲੇ ਕੰਨ ਪਾਟੇ ਜੋਗੀਆਂ ਦੇ ਛੋਟੇ ਛੋਟੇ ਮੱਠ ਸਨ। ਉਹ ਤੋਂ ਵੀ ਜ਼ਿਆਦਾ ਵੱਡੀਆਂ ਪੱਥਰ ਦੀਆਂ ਪੱਧਰੀਆਂ ਸਿਲਾਂ ਚਿਹਰਿਆਂ ਨਾਲੋਂ ਰੌਣਕੀ ਦਿਸ ਰਹੀਆਂ ਸਨ। ਆਸ-ਪਾਸ ਬੈਠੇ ਜੋਗੀ ਇਸ ਤਰ੍ਹਾਂ ਦੇ ਟਿਕਾਣੇ 'ਤੇ ਆ ਕੇ ਬੈਠਣ ਦੇ ਕਾਰਨ ਪੁੱਛਣ ਲਈ ਇੱਕ ਦੂਜੇ ਨੂੰ ਸੈਨਤਾਂ ਕਰਨ ਲੱਗੇ। ਮਘ ਦੀਆਂ ਧੂਣੀਆਂ ਅੱਗੇ ਗੱਡੇ ਚਿਮਟਿਆਂ ਦੀ ਗਿਣਤੀ ਦੱਸਦੀ ਸੀ। ਉਹ ਵੀ ਅੱਗੇ ਆਪੋ ਆਪਣੇ ਪਸੰਦਾਂ ਦੇ ਝੁੰਡਾਂ 'ਚ ਵੰਡੇ ਹੋਏ ਨੇ। ਠੰਡੀ ਹਵਾ ਚੱਲ ਰਹੀ ਸੀ। ਦੋਵਾਂ ਨੇ ਆਪੋ ਆਪਣਿਆਂ ਚਾਦਰਿਆਂ ਦੀ ਬੁੱਕਲ ਮਾਰ ਲਈ ਸੀ। ਛਿਪਦੇ ਸੂਰਜ ਨਾਲ ਹੋਰ ਵੀ ਠੰਡ ਵੱਧ ਰਹੀ ਸੀ। ਚੁਫੇਰੇ ਧੂਣੇ ਧੁਖ ਰਹੇ ਸਨ। ਅੰਨ ਦੀ ਖੁਸ਼ਬੂ ਆ ਰਹੀ ਸੀ। ਮਰਦਾਨਾ 2 ਵਾਰ ਅੱਗ ਲੈਣ ਲਈ ਗਿਆ, ਪਰ ਕੋਰਾ ਜਵਾਬ ਮਿਲਿਆ। ਥੱਲੇ ਡੂੰਘਾਈ 'ਚੋਂ ਵੀ ਧੂੰਆਂ ਉੱਠਦਾ ਦਿਸ ਰਿਹਾ ਸੀ। ਦੂਰ ਤੱਕ ਭਖਦੀਆਂ ਧੂਣੀਆਂ ਤੋਂ ਪਤਾ ਲੱਗਦਾ ਸੀ ਇਹ ਪਰਛਾਵੇਂ ਉਤਾਰ ਲਏ ਸਨ। ਮਰਦਾਨੇ ਨੂੰ ਬਹੁਤ ਭੁੱਖ ਲੱਗੀ ਸੀ। ਇਹ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਅੰਨ ਫਕੀਰਾਂ ਦੇ ਹੱਥ 'ਚ ਹੋਵੇ ਤੇ ਭੁੱਖ ਉਹਨੂੰ ਲੱਗੀ ਹੋਵੇ। ਅੱਜ ਪਹਿਲੀ ਵਾਰ ਉਹਦੀ ਭੁੱਖ ਸਾਧਾਂ ਦੇ ਹੱਥ ਲੱਗੀ ਸੀ। ਪਹਿਲੀ ਵਾਰ ਹੀ ਕੋਰਾ ਜਵਾਬ ਮਿਲਿਆ ਸੀ। ਗ੍ਰਸਤੀ ਕਿੰਨੀ ਮਜ਼ਬੂਤ ਹੈ, ਲਾਲਚ ਕੋਲੋਂ ਵੀ ਅੰਨ ਖਵਾ ਦਿੰਦੀ ਹੈ। ਬਾਬਾ, ਅੰਨ ਤਾਂ ਕੀ ਦੇਣਾ ਸੀ, ਅੱਗ ਤੋਂ ਵੀ ਮੁੱਕਰ ਗਏ। ਆਖਦੇ ਨੇ ਅਸੀਂ ਤਾਂ ਅਤੀਤ ਹਾਂ।
ਜੋ ਸਰੀਰ ਦੁਆਰਾ ਪੂਰਾ ਨਹੀਂ ਹੋਇਆ ਉਹ ਮਨ ਦੁਆਰਾ ਪੂਰਾ ਕਰ ਰਹੇ ਨੇ ਮਰਦਾਨਿਆਂ। ਬਾਬਾ ਝਿੜਕ ਝਿੜਕ ਕੇ ਪੈਂਦੇ ਨੇ। ਭੁੱਖੇ ਨਹੀਂ, ਕੋਲ ਪਦਾਰਥ ਹੈ ਨੇ, ਇਹਦੇ ਨਾਲ ਤਾਂ ਗ੍ਰਸਤੀ ਚੰਗਾ, ਅਤਿਥੀ ਸਮਝ ਕੇ ਅੰਨ ਦੇ ਦਿੰਦਾ। ਇਹੋ ਤਾਂ ਵੇਖਣ ਤੇ ਸੋਧਣ ਚੜਿਆ, ਤੂੰ ਦੁੱਖ ਕਿਉਂ ਮੰਨਿਆ? ਬਾਬਾ ਜਿਹੀ ਸਾਧਨਾ ਤੋਂ ਬੜੀ ਭੈ ਆਉਂਦੀ ਹੈ। ਇਹ ਬਾਹਰ ਤਾਂ ਆ ਗਏ ਨੇ ਪਰ ਅੰਦਰ ਦਾ ਰਸਤਾ ਭੁੱਲ ਗਏ ਨੇ। ਭਟਕੇ ਹੋਏ ਰਾਹੀ ਇਸ ਤਰ੍ਹਾਂ ਹੀ ਕਰਨਗੇ। ਪਰ ਜੋ ਦਿਸਦਾ ਹੈ ਉਹਨੂੰ ਦਿਸਣੋਂ ਕਿਵੇਂ ਹਟਾਵਾਂ? ਜਿੱਥੋਂ ਤੱਕ ਦਿਸ ਸਕੇ ਆਪਣੇ ਆਪ ਨੂੰ ਦਿਸਣ ਦੇ। ਧੂਣੀਆਂ ਹੋਰ ਉੱਚੀਆਂ ਹੋ ਗਈਆਂ ਸਨ। ਜੋ ਬਹੁਤ ਨਜ਼ਦੀਕ ਸਨ ਸੁਣ ਰਹੇ ਸਨ। ਉਹ ਆਪਣੇ ਹੱਥ ਇੱਕ ਦੂਜੇ ਤੋਂ ਛਡਾਉਣ ਦੀ ਕੋਸ਼ਿਸ਼ ਕਰਦੇ। ਅਜਿਹੇ ਵੇਲੇ ਕਈ ਵਾਰੀ ਬੜੇ ਅਜੀਬੋ-ਗਰੀਬ ਪਰਛਾਵੇਂ ਬਣਦੇ। ਠੰਡੀ ਹਵਾ ਨਾਲ ਗਾਂਜੇ ਦੀ ਸੁਗੰਧ ਬਹੁਤ ਭਾਰੀ ਹੋ ਕੇ ਨੱਕ ਕੋਲੋਂ ਲੰਘਦੀ। ਉਹਨਾਂ ਧੂਣੀਆਂ ਹੋਰ ਮੰਗਾ ਲਈਆਂ ਸਨ। ਇਸ ਵਾਰੀ ਅੱਗ ਲੈਣ ਗਏ ਮਰਦਾਨੇ ਨਾਲ ਇੱਕ ਨੌਜਵਾਨ ਜੋਗੀ ਵੀ ਆਇਆ। ਧੂਣੀ ਮੰਗਣ ਤੱਕ ਉਹ ਕੁਛ ਨਹੀਂ ਬੋਲਿਆ। ਲੰਬਾ ਗੋਰਾ ਸੁਨੱਖਾ ਜਵਾਨ ਜਿਹਦੇ ਸਰੀਰ ਨੇ ਹਾਲੇ ਜੋਗੀਆਂ ਵਾਲੀ ਕਾਲਸ ਗ੍ਰਹਿਣ ਨਹੀਂ ਸੀ ਕੀਤੀ। ਮੈਂ ਦੋ ਸੱਚਾਂ ਵਿਚਕਾਰ ਖੜਾ, ਇੱਕ ਸੱਚ ਦੀ ਅੱਗ ਲੈ ਕੇ ਆਇਆ। ਉਹ ਬਾਬੇ ਸਾਹਮਣੇ ਬੈਠ ਗਿਆ। ਉੱਤਰ ਸੁਣਨ ਲਈ ਕਈ ਸਾਰੇ ਟੋਲੇ ਨੇੜੇ ਸਰਕ ਆਏ। ਜੋ ਜਾਣਿਆ ਹੀ ਨਹੀਂ ਉਹਨੂੰ ਸੱਚ ਕਿਵੇਂ ਮੰਨ ਲਿਆ? ਕਲਪਨਾ ਦਾ ਵੀ ਤਾਂ ਤਨ ਹੁੰਦਾ ਹੈ। ਇਸ ਤਰ੍ਹਾਂ ਸੁੰਨੇ ਮਨ ਦਾ ਵੀ ਇਹ ਕਹਿਣਾ ਵੀ ਨਹੀਂ ਮੰਨਦੀ। ਕੁਝ ਜਾਣਨ ਲਈ ਕੁਝ ਤਾਂ ਹੋਣਾ ਹੀ ਪਏਗਾ। ਬਾਬੇ ਨੇ ਪਹਿਲੀ ਵਾਰ ਉਹਦੇ ਵੱਲ ਨਜ਼ਰ ਚੁੱਕੀ। ਅਭਿਆਸ ਤੋਂ ਬਾਹਰ ਨਿਕਲ। ਉਹਦੇ ਜੁੜਦੇ ਹੱਥਾਂ ਦਾ ਪਰਛਾਵਾਂ ਲੰਬਾ ਹੋ ਕੰਨ ਪਾਟਿਆਂ ਦੇ ਅੱਧ ਤੱਕ ਚਲਾ ਗਿਆ। ਤੈਨੂੰ ਅਸੀਂ ਅੱਗ ਦੇਣ ਭੇਜਿਆ ਸੀ, ਗਿਆਨ ਗੋਸ਼ਟੀ ਲਈ ਨਹੀਂ। ਇੱਕ ਬਿਰਧ ਸਰੀਰ ਖੜਾ ਹੋ ਗਿਆ। ਅਸੀਂ ਹਾਂ ਹਾਲੇ ਗਿਆਨ ਨੂੰ ਟੱਕਰ ਦੇਣ ਲਈ। ਹੌਲੀ ਹੌਲੀ ਪਿੱਪਲ ਥੱਲੇ ਮਗਦੀ ਧੂਣੀ ਸਾਹਮਣੇ ਜੋਗੀਆਂ ਦਾ ਇਕੱਠ ਹੋਣ ਲੱਗਾ। ਛੇਤੀ ਕਿਸੇ ਵੱਡੀ ਬਹਿਸ ਦੀ ਤਿਆਰੀ ਜਾਪ ਰਹੀ ਸੀ। ਦੀਕਸ਼ਾ ਕਿਸ ਤੋਂ ਲਈ ਹੈ? ਕਿਸੇ ਕਸਵੱਟੀ ਤੋਂ ਪੂਰਾ ਉਤਰਿਆ? ਕਦੋਂ ਮੰਨਿਆ ਵੀ ਸੰਸਾਰ ਝੂਠਾ ਹੈ? ਤੂੰ ਇੱਕ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਗ੍ਰਸਤੀ ਹੋ ਕੇ ਤੂੰ ਭੁੱਲ ਗਿਆ ਕਿ ਕਿਸ ਨਾਲ ਮੱਥਾ ਜੋੜਿਆ। ਲੰਬੇ ਸਮੇਂ ਤੋਂ ਸਵਾਲ ਕਰਦਾ ਭੰਗਰਨਾਥ ਜਿੱਤ ਦੇ ਅਹਿਸਾਸ ਨਾਲ ਗੋਦੜੀ ਉੱਤੇ ਬੈਠ ਗਿਆ। ਉਹਨੇ ਜ਼ਿਆਦਾ ਪ੍ਰਸ਼ਨ ਗੋਡਿਆਂ ਭਾਰ ਹੋ ਕੇ ਕੀਤੇ ਸੀ। ਨਾ ਕੋਈ ਵਿਧੀ ਨਾ ਉਪਾਅ। ਜਾਓ ਗ੍ਰਸਤੀਆਂ 'ਚ, ਉੱਥੇ ਤੁਹਾਡੀ ਉਪਮਾ ਹੋ ਸਕਦੀ ਹੈ, ਇੱਥੇ ਨਹੀਂ। ਇੱਥੇ ਪਹਿਲਾਂ ਅੱਗ ਵਰਗੀ ਸਾਧਨਾ 'ਚੋਂ ਲੰਘਣਾ ਪੈਂਦਾ। ਫਿਰ ਪਹਿਲੀ ਵਾਰ ਬਾਬੇ ਦੀ ਕੋਮਲ ਆਵਾਜ਼ ਸੁਣੀ। ਤੁਸੀਂ ਪਰਮਾਤਮਾ ਨਾਲ ਜੂਝਣ ਦਾ ਅਭਿਆਸ ਕਰ ਰਹੇ ਹੋ। ਯੋਗ ਦੀਆਂ ਉਚਾਈਆਂ ਤਾਂ ਦੱਸ ਦਿੱਤੀਆਂ ਨੇ, ਪਰ ਉਡਾਰੀ ਕੌਣ ਭਰੇਗਾ? ਰਬਾਬ ਨਾਲ ਇੱਕ ਆਵਾਜ਼ ਤਰਕਾਂ ਨੂੰ ਧੁਨਾਂ 'ਚ ਉਤਾਰਦੀ ਕੁਝ ਇਸ ਤਰ੍ਹਾਂ ਗੂੰਜੀ। ਜੋਗ ਨ ਖਿੰਥਾ, ਜੋਗ ਨ ਡੰਡੈ, ਜੋਗ ਨ ਭਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮੁੰਡਾਈਐ, ਜੋਗ ਨ ਸਿੰਗੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨ ਹੋਈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਤੁਸੀਂ ਸਾਡੇ ਸੰਸਾਰ ਦੇ ਤਿਆਗ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੰਸਾਰ ਜੇ ਮਿੱਟੀ ਹੈ ਤਾਂ ਉਹ ਤੋਂ ਇੰਨੀ ਘਬਰਾਹਟ ਕਿਉਂ? ਅਸੀਂ ਸਮਾਧੀ ਨਾਲ ਇਹਨੂੰ ਨਿਗੂਣਾ ਕਰ ਦਿੱਤਾ ਹੈ। ਹੱਠ ਦੀ ਸਮਾਧੀ ਨਹੀਂ, ਸਹਿਜ ਦੀ ਸਮਾਧੀ। ਕਾਰਨਾਂ ਦਾ ਉੱਤਰ ਦਿਓ। ਪਰਮਾਤਮਾ ਤਾਂ ਅਕਾਰਨ ਹੈ। ਮੂਲ ਤੋਂ ਬੀਜ ਵੱਲ ਤੁਰ ਕੇ ਤਾਂ ਵਿਖਾਓ। ਬੀਜ ਆਪਣੇ ਅੰਦਰ ਨਹੀਂ ਝਾਕ ਸਕਦਾ, ਪਰ ਮਨੁੱਖ ਕੋਲੇ ਅਵਸਰ ਹੈ, ਉਹ ਆਪਣੇ ਅੰਦਰ ਆਪ ਝਾਕ ਸਕਦਾ ਹੈ। ਮੇਰੇ ਪ੍ਰਸ਼ਨ ਦਾ ਉੱਤਰ ਦਿਓ। ਜੋ ਪ੍ਰਸ਼ਨ ਨਹੀਂ ਬਣਦਾ ਉਹਦਾ ਉੱਤਰ ਵੀ ਸ਼ਬਦਾਂ 'ਚ ਨਹੀਂ ਹੋ ਸਕਦਾ। ਤੁਸੀਂ ਫਿਰ ਕੁਝ ਜਾਣਿਆ ਹੀ ਨਹੀਂ। ਸੁਗੰਧੀ ਨੂੰ ਪ੍ਰਸ਼ਨ ਬਣਨ ਲਈ ਕਹਿ ਰਹੇ ਹਾਂ। ਫਿਰ ਸੱਚ ਕੀ ਹੈ? ਸੱਚ ਵਾਪਰਦਾ ਹੈ। ਤੁਸੀਂ ਕਿਸੇ ਨਾਲ ਵਾਪਰੇ ਨੂੰ ਪਕੜੀ ਬੈਠੇ ਹੋ। ਫਿਰ ਕੀ ਇਹ ਸੁੰਨੀ ਜਗ੍ਹਾ ਆਉਣਾ ਵਿਅਰਥ ਹੋਇਆ? ਸੁੰਨੀ ਜਗ੍ਹਾ ਹਰ ਜਗ੍ਹਾ ਹੁੰਦੀ ਹੈ। ਉਹ ਸਦਮੇ ਵਰਗੀ ਹਾਲਤ 'ਚ ਬੋਲਦਾ ਹੀ ਜਾ ਰਿਹਾ ਸੀ। ਬਹੁਤ ਹੀ ਤੇਜ਼ ਸਵਾਲ ਜਵਾਬ ਚੱਲ ਰਹੇ ਸਨ। ਥੋੜ੍ਹੀ ਜਿਹੀ ਬੇਪਰਵਾਹੀ ਨਾਲ ਕੁਛ ਸੁਣਨੋਂ ਰਹਿ ਜਾਂਦਾ ਸੀ। ਅਸੀਂ ਹੋਣ ਤੇ ਜਾਣਨ ਦੀ ਖਾਈ 'ਚ ਕੀ ਸਿਰਫ ਦੁੱਖਾਂ ਨੂੰ ਹੀ ਸ਼ਿੰਗਾਰਦੇ ਰਹੇ? ਕਲਪਨਾ ਦੇਹਹੀਣ ਸੰਸਾਰ ਦੀ ਕਰਦੇ ਹੋ। ਰਹਿਣਾ ਸਰੀਰ ਵਿੱਚ ਹੀ ਚਾਹੁੰਦੇ ਹੋ। ਇਹੋ ਤਾਂ ਮਨ ਦੀ ਚਾਲ ਹੈ। ਕੀ ਛੱਡੀਏ ਤੇ ਕਿਵੇਂ ਜਾਣੀਏ? ਸੰਸਾਰ ਨਹੀਂ, ਅਗਿਆਨ ਛੱਡਣਾ ਹੈ। ਹੋਰ ਨੂੰ ਨਹੀਂ, ਆਪ ਨੂੰ ਜਾਣਨਾ ਹੈ। ਸਵੈ ਹੀ ਸ਼ਾਸਤਰ ਹੈ। ਅਨੰਤ ਦੀ ਹੱਦ ਉਹਦੀ ਮਰਜ਼ੀ ਹੈ। ਜਿੱਥੇ ਪ੍ਰਸ਼ਨ ਡਿੱਗਦਾ ਉੱਥੇ ਹੁਕਮ ਦਾ ਪਸਾਰ ਹੈ। ਕਿ ਹੁਣ ਤੱਕ ਕੀਤੇ ਸਾਰੇ ਪ੍ਰਸ਼ਨ ਹੀ ਨਿਰਮੂਲ ਹੋ ਗਏ ਨੇ। ਇਹਨਾਂ ਲੱਖਾਂ ਪ੍ਰਸ਼ਨਾਂ ਦਾ ਬੋਝ ਇੱਕ ਸਾਧਕ ਕਿਵੇਂ ਚੁੱਕੇ? ਇਹ ਜੋ ਗਿਆਨ ਦੀ ਧਾਰਾ ਦੇ ਲੋਕ ਨੇ, ਇਹਨਾਂ ਨੂੰ ਇੱਕ ਵਾਰ ਗਿਆਨ ਵਿੱਚ ਦੀ ਗੁਜ਼ਰਨਾ ਹੀ ਪਏਗਾ। ਫਿਰ ਗਿਆਨ ਵੀ ਇੱਕ ਜਗ੍ਹਾ ਛੁੱਟਣਾ ਹੈ। ਜਿੱਥੇ ਵੀ ਪਕੜਿਆ ਉੱਥੇ ਬੰਧਨ ਉਸਰ ਜਾਏਗਾ। ਫਿਰ ਦੋਵਾਂ ਵਿੱਚ ਕੋਈ ਇਸ਼ਾਰਾ ਹੋਇਆ। ਸੁੰਨਸਾਨ ਪਹਾੜਾਂ 'ਚ ਬਹੁਤ ਹੀ ਖੁਰਦਰੇ ਸਰੀਰਾਂ ਨੂੰ ਇੱਕ ਸਾਜ਼ ਤੇ ਆਵਾਜ਼ ਨੇ ਸਪਰਸ਼ ਕੀਤਾ।
ਸਵੇਰੇ ਸਵੇਰੇ ਜੋਗੀ ਪੰਛੀਆਂ ਦੀਆਂ ਅਜਿਹੀਆਂ ਸੁਰੀਲੀਆਂ ਆਵਾਜ਼ਾਂ ਜ਼ਰੂਰ ਸੁਣਦੇ ਸੀ, ਪਰ ਉਹ ਸਿਰਫ ਆਪਣੇ ਲਈ ਹੀ ਗਾ ਕੇ ਦੂਰ ਲੰਘ ਜਾਂਦੇ ਸੀ। ਪਰ ਅੱਜ ਉਹ ਆਪਣੇ ਲਈ ਇੱਕ ਗੀਤ ਸੁਣ ਰਹੇ ਸਨ। ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜ਼ੇ 10ਵਾਂ द्वार, ਬੁੱਝਰੇ ਗਿਆਨੀ ਇਹ ਵਿਚਾਰ। ਇਸ ਵਾਰੀ ਮਰਦਾਨਾ ਪਹਿਲਾਂ ਵਾਲੀ ਭੁੱਲ ਨਹੀਂ ਸੀ ਕਰਨਾ ਚਾਹੁੰਦਾ। ਉਹ ਜੀ ਭਰ ਕੇ ਜਗਿਆਸੂ ਚਿਹਰਿਆਂ ਵੱਲ ਵੇਖਦਾ, ਖਾਸ ਕਰਕੇ ਉਹ ਚਿਹਰੇ ਜੋ ਬਾਬੇ ਦੇ ਚਲੇ ਜਾਣ ਤੋਂ ਬਾਅਦ ਉਦਾਸ ਹੋਣੇ ਸਨ। ਉਹਨੇ ਥਾਵਾਂ ਨੂੰ ਛੱਡਣ ਤੋਂ ਪਹਿਲਾਂ ਕਈ ਵਾਰੀ ਛੱਡਣ ਵਾਂਗ ਵੇਖਿਆ। ਇਸ ਵਾਰੀ ਉਹਨੇ ਰਾਤਾਂ ਦੇ ਠੰਡੇ ਹਨੇਰਿਆਂ 'ਚ ਬਾਬੇ ਤੋਂ ਬਿਨਾਂ ਜੋਗੀਆਂ ਨਾਲ ਕੱਲੀਆਂ ਅੱਗਾਂ ਸੇਕੀਆਂ। ਸਭ ਕੁਝ ਇੱਕ ਛਿਣ ਦੂਰ ਹੈ। ਬਾਬੇ ਦੇ ਕਹੇ ਲਫ਼ਜ਼ਾਂ ਨੂੰ ਛਿਣ ਤੇ ਦੂਰੀ ਵਿੱਚ ਨਿਖੇੜ ਕੇ ਵੇਖਣ ਦੀ ਕੋਸ਼ਿਸ਼ ਕੀਤੀ। ਇਹ ਦੁੱਖਾਂ ਨੂੰ ਧਾਰਮਿਕ ਬਣਾਉਣ ਦੀ ਜ਼ਿੱਦ ਵਾਲੇ ਚਿਹਰਿਆਂ ਦਾ ਸਦਮਾ ਉਹ ਕੱਲਿਆਂ ਹੀ ਵੇਖਣਾ ਚਾਹੁੰਦਾ ਸੀ। ਕਿੰਨੀ ਵਾਰੇ ਹੋਇਆ ਅਜਿਹੀ ਚਿਹਰਿਆਂ 'ਚੋਂ ਅੱਖਾਂ ਦਾ ਇੱਕ ਜੋੜਾ ਯਾਦ ਰਹਿ ਜਾਂਦਾ ਹੈ, ਜੋ ਹਜ਼ਾਰਾਂ ਪੜਾਵਾਂ ਨੂੰ ਪਾਰ ਕਰਕੇ ਬਾਬੇ ਦੇ ਨਜ਼ਦੀਕ ਦਿਸਣ ਲੱਗ ਪੈਂਦਾ ਹੈ। ਇਸ ਦੂਰੀ ਦਾ ਹੌਲ ਜਗ੍ਹਾ ਛੱਡਣ ਤੋਂ ਬਾਅਦ ਪੈਣਾ ਸ਼ੁਰੂ ਹੁੰਦਾ ਹੈ। ਬਾਰ-ਬਾਰ ਉਸ ਚਿਹਰੇ ਨੂੰ ਮਿਲਣ ਲਈ ਜੀ ਤੰਗਦਾ ਰਹਿੰਦਾ। ਹਰ ਵਾਰੀ ਇਹ ਪਛਤਾਵਾ ਰਹਿੰਦਾ ਹੈ, ਤੂੰ ਉਸ ਵੇਲੇ ਉਹਨੂੰ ਗਲਵੱਕੜੀ ਪਾ ਕੇ ਕਿਉਂ ਨਹੀਂ ਮਿਲਿਆ। ਇੱਕ ਵਾਰੀ ਬਾਬੇ ਨੇ ਕਿਹਾ ਵੀ ਸੀ, ਚੇਤਨਾ ਦੀ ਕੋਈ ਉਮਰ ਨਹੀਂ ਹੁੰਦੀ। ਇਸ ਵਾਰੀ ਬੈਠਕਾਂ ਵੀ ਉੱਚੀਆਂ ਪਹਾੜੀਆਂ 'ਤੇ ਹੋਈਆਂ ਸਨ। ਹਰ ਵਾਰੀ ਗੋਸ਼ਟੀ ਕਿਸੇ ਉੱਚੀ ਟੀਸੀ 'ਤੇ ਹੁੰਦੀ। ਜੋਗੀ ਉਹਨਾਂ ਟੀਸੀਆਂ ਦਾ ਨਾਂ ਲੈ ਕੇ ਅਗਲੀ ਗੋਸ਼ਟੀ ਦੀ ਥਾਂ ਦੱਸਦੇ। ਸਮੂਹ ਹੁਣ ਸਤਸੰਗ ਜਾਪਣ ਲੱਗ ਪਿਆ ਸੀ। ਕਈ ਵਾਰੀ ਮਰਦਾਨੇ ਨੂੰ ਜਾਪਦਾ ਉਹ ਇਕੱਲਾ ਨਹੀਂ, ਬਾਬੇ ਨਾਲ ਇੱਕ ਸਮੂਹ ਅੱਗੇ ਵਧ ਰਿਹਾ ਹੈ, ਜਿਸ ਵਿੱਚ ਮਰਦਾਨੇ ਨਾਂ ਦਾ ਇੱਕ ਆਕਾਰ ਵੀ ਹੈ। ਕਈ ਵਾਰ ਗਾਉਣ ਵੇਲੇ ਇਸ ਤਰ੍ਹਾਂ ਹੀ ਲੱਗਿਆ ਜਿਵੇਂ ਕੋਈ ਤਰਾਨਾ ਚੱਲ ਰਿਹਾ ਹੋਵੇ, ਜਿਸ ਵਿੱਚ ਧੁਨਾਂ ਨੂੰ ਇੱਕ ਸਾਜ਼ ਦੀ ਲੋੜ ਹੈ, ਜਿਨ੍ਹਾਂ 'ਚ ਇੱਕ ਸਾਜ਼ ਮਰਦਾਨੇ ਕੋਲ ਵੀ ਹੈ। ਇੱਕ ਉੱਚੀ ਪਹਾੜੀ ਦਾ ਸਿਖਰ ਸੀ। ਵੇਦਾਂ, ਸ਼ਾਸਤਰਾਂ, ਪੁਰਾਣਾਂ ਦੇ ਭਾਰੇ ਸ਼ਬਦਾਂ ਦੇ ਅਰਥ ਤਰਲ ਹੋ ਕੇ ਬਾਬੇ ਦੀ ਆਵਾਜ਼ 'ਚ ਨਿੱਤਰ ਰਹੇ ਸਨ। ਹੁਣ ਤੱਕ ਸੁਣੇ ਬੇਰਸ ਭਾਰੇ ਸ਼ਬਦਾਂ ਦੇ ਸੁਭਾਅ ਧੁਨੀਆਂ 'ਚ ਸੁਣ ਰਹੇ ਸਨ। ਵੇਦਾਂ ਦੀਆਂ ਰਿਚਾਂ ਦਾ ਪਹਿਲੀ ਵਾਰੀ ਰਿਦਮ ਸੁਣ ਰਿਹਾ ਸੀ। ਰੱਬ ਵਰਗੀ ਔਖੀ ਕਲਪਨਾ ਨੂੰ ਇੰਨਾ ਸਰਲ ਹੋ ਕੇ ਵੀ ਗਾਇਆ ਜਾ ਸਕਦਾ ਹੈ। ਪਹਾੜਾਂ ਉੱਪਰ ਵਿਆਖਿਆ 'ਚ ਥੱਕ ਨਿਸਲ ਹੋਏ ਸ਼ਬਦ ਅੱਜ ਧੁਨੀਆਂ 'ਚ ਉਡਾਰੀਆਂ ਮਾਰਦੇ ਸੁਣੇ। ਅਸੀਂ ਤੁਹਾਨੂੰ ਹਰਿਦੁਆਰ ਵੀ ਸੁਣਿਆ ਸੀ। ਕੁਝ ਆਵਾਜ਼ਾਂ ਹੁਣ ਅਜਿਹੀਆਂ ਵੀ ਸੁਣਨ ਲੱਗ ਪਈਆਂ ਸਨ। ਇਹ ਇੱਕ ਪਹਾੜੀਆਂ ਦਾ ਸੰਗਮ ਸੀ। ਸੂਰਜ ਨਿਕਲਦੇ ਸਾਰ ਸਤਸੰਗ ਸ਼ੁਰੂ ਹੋ ਗਿਆ ਸੀ। ਅੱਜ ਦੇ ਸਵਾਲ ਬਹੁਤ ਸਰਲ ਸਨ। ਮਰਦਾਨੇ ਨੂੰ ਜਾਪਿਆ ਇਹ ਸੁਣਨ ਵਿੱਚ ਹੀ ਸਰਲ ਜਾਪਦੇ ਨੇ, ਅਮਲਾਂ 'ਚ ਬੜੇ ਕਠਿਨ ਸਨ। ਇਸ ਸਮਰਪਿਤ ਹੋਣ ਤੋਂ ਬਾਅਦ ਗੁਰੂ ਅੱਗੇ ਬਾਕੀ ਬਚੇ ਪ੍ਰਸ਼ਨਾਂ ਦਾ ਆਖਰੀ ਪਰਾਗਾ ਸੀ। ਮਰਦਾਨੇ ਨੂੰ ਜਾਪ ਰਿਹਾ ਸੀ ਕਿ ਅੱਜ ਦੀ ਗੋਸ਼ਟੀ ਆਖਰੀ ਮਿਲਣ ਵੱਲ ਵਧ ਰਹੀ ਹੈ। ਉਹ ਪੁੱਛਦੇ ਜੋਗੀਆਂ ਦੇ ਚਿਹਰਿਆਂ ਵੱਲੋਂ ਸਰਕਦੇ ਪ੍ਰਸ਼ਨਾਂ ਨੂੰ ਬਹੁਤ ਧਿਆਨ ਨਾਲ ਸੁਣਦਾ। ਬਾਬਾ ਮਾਂ ਦੀ ਗੋਦੀ 'ਚ ਪਏ ਸ਼ਰਾਰਤਾਂ ਕਰਦੇ ਬੱਚੇ ਨੂੰ ਮੁਸਕਰਾ ਕੇ ਨਿਹਾਰਦੀ ਮਾਂ ਵਾਂਗ ਵੇਖ ਰਿਹਾ ਸੀ। ਫਿਰ ਜਿੰਨੀ ਕੋਮਲਤਾ ਨਾਲ ਮਾਂ ਬੱਚੇ ਨੂੰ ਸੁਣ ਸਕਦੀ ਉਹ ਸੁਣਦਾ। ਤੁਹਾਡੇ ਜੀਵਨ 'ਚ ਘਰ ਦਾ ਬਾਰ-ਬਾਰ ਸੰਕੇਤ ਹੈ ਕਿ ਅਸੀਂ ਸਾਰੇ ਘਰ ਵਾਪਸੀ ਦੀ ਹੀ ਤਿਆਰੀ ਕਰ ਰਹੇ ਹਾਂ। ਅਸੀਂ ਤਾਂ ਸਾਰੀ ਤਿਆਰੀ ਹੀ ਘਰ ਛੱਡਣ ਦੀ ਕੀਤੀ ਸੀ। ਫਿਰ ਤਾਂ ਛੱਡਣਾ ਹੀ ਨਹੀਂ ਸੀ ਜੇ ਘਰ ਵਾਪਸੀ ਕਰਨੀ ਸੀ। ਜਿਨ੍ਹਾਂ ਕਾਰਨਾਂ ਤੋਂ ਤੁਸੀਂ ਘਰ ਛੱਡਿਆ ਸੀ ਉਹ ਤਾਂ ਤੁਸੀਂ ਨਾਲ ਹੀ ਲੈ ਆਏ। ਘਰ ਤਾਂ ਪਰਛਾਵੇਂ ਸਨ, ਤੁਸੀਂ ਸਾਏ ਤੋਂ ਹੀ ਡਰੀ ਜਾ ਰਹੇ ਹੋ। ਕਾਰਨ ਤਾਂ ਕਿਤੇ ਪਿੱਛੇ ਪਏ, ਪਰ ਹੁਣ ਤਾਂ ਛੱਡ ਆਏ ਹਾਂ। ਛੱਡਿਆ ਨਹੀਂ, ਨਵਾਂ ਬਣਾ ਲਿਆ। ਕੀ ਤੁਸੀਂ ਘਰ ਵਾਪਸੀ ਕਰੋਗੇ? ਅਸੀਂ ਤਾਂ ਘਰੋਂ ਹੋ ਕੇ ਆਏ ਹਾਂ ਤੇ ਬਾਹਰੋਂ ਹੋ ਕੇ ਘਰ ਚਲੇ ਜਾਣਾ। ਫਿਰ ਜੋਗ ਤੇ ਘਰ ਦਾ ਕੀ ਮੇਲ? ਤੁਸੀਂ ਗ੍ਰਸਤੀ ਨੂੰ ਉਪਦੇਸ਼ ਦਿਓ। ਉਪਦੇਸ਼ ਨਾਵਾਂ ਨੂੰ ਥੋੜ੍ਹੀ ਕਾਰਨਾਂ ਨੂੰ ਦਿੱਤਾ ਜਾਂਦਾ ਹੈ। ਕਾਰਨ ਤੁਹਾਡੇ ਨਾਲ ਵੀ ਨੇ। ਫਿਰ ਕੀ ਜੋਗੀ ਤੇ ਗ੍ਰਸਤੀ ਦੀ ਇੱਕੋ ਸਥਿਤੀ ਹੈ? ਗ੍ਰਸਤੀ ਤਾਂ ਦਿਸਦਾ ਹੈ, ਸਾਫ਼ ਘਰ ਨੂੰ ਪਕੜ ਕੇ ਬੈਠਾ, ਉਹ ਮੰਨਦਾ ਵੀ ਹੈ। ਸਾਧੂ ਨਹੀਂ ਮੰਨਦਾ। ਇੱਥੇ ਗ੍ਰਸਤੀ ਸੱਚ ਦੇ ਜ਼ਿਆਦਾ ਨੇੜੇ ਹੈ। ਸਾਨੂੰ ਇਸ ਸਥਿਤੀ 'ਚ ਛੱਡ ਕੇ ਨਾ ਜਾਣਾ। ਉਂਝ ਵੀ ਹੁਣ ਵਾਪਸ ਜਾਣਾ ਬਹੁਤ ਮੁਸ਼ਕਿਲ ਹੈ। ਘਰ ਬਹੁਤ ਦੂਰ ਛੁੱਟ ਗਏ ਨੇ, ਕਿਸੇ ਨੇ ਪਛਾਣਨਾ ਵੀ ਨਹੀਂ। ਆਪਣੇ ਘਰ ਤਾਂ ਕਾਸਾ ਚੁੱਕ ਕੇ ਵੀ ਗਜਾ ਨਹੀਂ ਘਰ ਹੋਣੀ। ਥੱਲੇ ਉਤਰ ਕੇ ਵੇਖੋ, ਖਲਕਤ ਕਿੰਨੇ ਦੁੱਖਾਂ 'ਚ ਫਸੀ ਹੈ। ਤੁਸੀਂ ਆਪਣੇ ਉਤਰਨੇ ਨੂੰ ਹੀ ਦੁੱਖ ਮੰਨੀ ਬੈਠੇ ਹੋ। ਜਿੱਥੇ ਕਾਰਨ ਨਹੀਂ ਸਤਾਉਂਦੇ ਸਾਨੂੰ ਉਸ ਘਰ ਵੱਲ ਮੋੜਦੇ ਬਾਬਾ। ਇੱਕ ਵਾਰ ਹੁਕਮ ਦੇ ਪਸਾਰੇ ਚਾਹੋ ਤਾਂ ਸਹੀ, ਜਿੱਥੇ ਪਛਾਣਾਂ ਦੀ ਪਛਾਣ ਦਾ ਜਸ਼ਨ ਹੈ, ਜਿੱਥੇ ਕਾਰਨ ਤੁਹਾਡੇ ਲਈ ਕਾਰਨ ਨਹੀਂ, ਜਿੱਥੇ ਸਾਰੇ ਪ੍ਰਸ਼ਨ ਹੁਕਮ 'ਚ ਸਮਾਉਂਦੇ ਨੇ। ਥੋੜ੍ਹੀ ਹਿੰਮਤ ਕਰੋ। ਤੁਸੀਂ ਉੱਚਾਈ ਉੱਤੇ ਤਾਂ ਖੜ੍ਹੇ ਹੀ ਹੋ, ਥੱਲੇ ਉਤਰਨਾ ਮੁਸ਼ਕਿਲ ਨਹੀਂ ਹੈ। ਮਰਦਾਨੇ ਨੇ ਥੱਲੇ ਵੱਲ ਵੇਖਿਆ। ਬਹੁਤ ਡੂੰਘੀਆਂ ਉਤਰਾਈਆਂ ਸਨ। ਜੇ ਡਿੱਗਣ ਦੀ ਅੱਖ ਨਾਲ ਵੇਖੀਏ ਤਾਂ ਭੈ ਆ ਰਿਹਾ।
ਜੇ ਉਤਰਨ ਦੀ ਅੱਖ ਨਾਲ ਵੇਖੀਏ ਤਾਂ ਨਿਵਾਣਾ ਦਾ ਸਹਿਯੋਗ ਦਿਸਦਾ ਹੈ। ਇਸ ਸਹਿਯੋਗ ਵਰਗੀ ਫਿਰ ਬਾਬੇ ਦੀ ਆਵਾਜ਼ ਸੁਣਾਈ ਦਿੱਤੀ। ਜਿਨ੍ਹਾਂ ਰਾਹਾਂ ਨੂੰ ਕੱਲ੍ਹ ਵਾਪਸੀ ਕਰਨੀ ਸੀ, ਉਹਨਾਂ ਰਾਹਾਂ ਨੂੰ ਨਿਹਾਰਦੀ ਬਾਬੇ ਦੀ ਆਵਾਜ਼ ਦੂਰ ਤੱਕ ਫੈਲ ਰਹੀ ਸੀ। ਰਬਾਬ ਮਰਦਾਨੇ ਨੂੰ ਥੋੜ੍ਹੀ ਦੇਰ ਬਾਅਦ ਸ਼ੁਰੂ ਕੀਤੀ। ਉਹਦੀ ਪਰਤਵੀਂ ਆਵਾਜ਼ ਹਾਲੇ ਸੁਣਦੀ ਸੀ। ਇਹਨਾਂ ਪਹਾੜੀਆਂ 'ਤੇ ਅੱਜ ਆਖਰੀ ਦਿਨ ਹੋਏਗਾ। ਅੱਜ ਰਾਤ ਦੀਆਂ ਨੀਂਦਾਂ 'ਚ ਪਤਾ ਨਹੀਂ ਕੌਣ ਆਏਗਾ। 3 ਪਹਿਰ ਚੱਲਿਆ ਇਹ ਸਤਸੰਗ ਹੁਣ ਤੱਕ ਦਾ ਸਭ ਤੋਂ ਲੰਬਾ ਸਤਸੰਗ ਸੀ। ਚੁਫੇਰੇ ਚੋਟੀਆਂ ਹੀ ਚੋਟੀਆਂ ਸੀ। ਜਦੋਂ ਤੱਕ ਉਹ ਦਿਸਦੀਆਂ ਰਹੀਆਂ ਮਰਦਾਨਾ ਵੇਖਦਾ ਰਿਹਾ। ਅੱਜ ਆਖਰੀ ਰਾਤ ਸੀ। ਫਿਰ ਉਹ ਤਾਰਿਆਂ ਨੂੰ ਤੱਕਦਾ ਰਿਹਾ। ਉਚਾਈਆਂ ਦੇ ਕਿੰਨਾ ਨੇੜੇ ਦਿਸਦੇ ਸਨ ਤਾਰੇ। ਹਨੇਰੇ 'ਚ ਗੁੰਮ ਹੋਈਆਂ ਚੋਟੀਆਂ ਉੱਤੇ ਤਾਰਿਆਂ ਦੀਆਂ ਨਿਸ਼ਾਨੀਆਂ ਦਿਸਣ ਲੱਗੀਆਂ। ਤੜਕੇ ਦੀ ਵਿਦਾਈ ਲਈ ਬਾਬੇ ਨੇ ਪੰਡੋਕਲੀ ਵੀ ਬੰਨ੍ਹ ਲਈ ਸੀ। ਉਹਦੇ ਉੱਪਰ ਪਈ ਰਬਾਬ ਕਈ ਵਾਰ ਹਵਾ ਨਾਲ ਹਿੱਲੀ। ਬਾਬਾ ਇੱਕ ਵਾਰ ਸਿੱਧਾ ਪਿਆ, ਮੁੜ ਕੇ ਸ਼ਾਂਤ ਹੀ ਦਿਸਿਆ। ਬਾਹਰ ਬਹੁਤ ਠੰਡ ਸੀ। ਕਦੇ ਕਦੇ ਮੱਠ ਦੀਆਂ ਵਿਰਲਾਂ 'ਚੋਂ ਬਰਫ਼ ਵਰਗਾ ਠੰਡਾ ਹਵਾ ਦਾ ਬੁੱਲਾ ਆਉਂਦਾ। ਮਰਦਾਨੇ ਕੋਲ ਅੱਜ ਕਈ ਗੋਦੜੀਆਂ ਸਨ। ਨਵੇਂ ਮਿੱਤਰ ਬਣੇ ਜੋਗੀ ਅਕਸਰ ਗੋਦੜੀ ਭੇਟ ਕਰ ਦਿੰਦੇ। ਫਿਰ ਗੋਦੜੀਆਂ ਦੇ ਨਿੱਘ 'ਚ ਨੀਂਦ ਆ ਗਈ। ਰਾਤੀ ਸੁਪਨੇ 'ਚ ਹਵਾਵਾਂ ਬਹੁਤ ਚੱਲੀਆਂ। ਅੱਖਾਂ ਅੱਗੇ ਪਾਰਦਰਸ਼ੀ ਆਕਾਰ ਟਕਰਾਉਂਦੇ ਰਹੇ। ਜ਼ਮੀਨ ਉੱਤੇ ਬਹੁਤ ਭਾਰੀ ਮੀਂਹ ਪਿਆ ਸੀ। ਪੈੜਾਂ ਨਹੀਂ ਸੀ ਬਣ ਰਹੀਆਂ। ਵਗਦੀ ਹਵਾ ਨੂੰ ਬਹੁਤ ਪੁੱਛਿਆ, ਇਹ ਕਿਹੜੀ ਧੁਨ ਹੈ? ਕਾਫੀ ਦੇਰ ਬਾਅਦ ਆਵਾਜ਼ ਆਈ, ਇਹ ਤਾਂ ਸੰਗੀਤ ਦੇ ਪਹਿਲੇ ਪੜਾਅ ਦੇ ਸਵਾਲ ਨੇ। ਤੂੰ ਧੁਨ ਨਾਲ ਉਡਾਰੀ ਲਾ, ਨਹੀਂ ਤਾਂ ਆਵਾਜ਼ ਕੋਲ ਹੀ ਰਹਿ ਜਾਏਗਾ। ਜਾਗ ਖੁੱਲੀ ਤਾਂ ਬਾਬਾ ਪੰਡੋਕਲੀ ਕੋਲ ਖੜਾ ਦਿਸਿਆ। ਚੱਲ ਉੱਠ ਮਰਦਾਨਿਆ, ਜਾਣ ਦਾ ਵੇਲਾ ਹੋ ਗਿਆ। ਧੰਨਵਾਦ। ਚੱਲਦਾ।